ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰਾਂ ਜੀ ਸਰਦਾਰ ਮਨਪ੍ਰੀਤ ਸਿੰਘ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਹਰ ਵਾਰ ਦੀ ਤਰ੍ਹਾਂ ਅੱਜ ਫਿਰ ਪ੍ਰਿੰਸੀਪਲ ਨੇ ਪੂਰੇ ਸਟਾਫ ਸਾਹਮਣੇ ਸੁਖਵਿੰਦਰ ਨੂੰ ਬੇਇੱਜ਼ਤ ਕਰਕੇ ਆਪਣੇ ਆਫਿਸ ਤੋਂ ਬਾਹਰ ਜਾਣ ਲਈ ਕਹਿ ਦਿੱਤਾ, ਜਿਸ ਦੇ ਜਵਾਬ ਵਿੱਚ ਸੁਖਵਿੰਦਰ ਹਮੇਸ਼ਾ ਦੀ ਤਰ੍ਹਾਂ ਚਿਹਰੇ 'ਤੇ ਮੁਸਕਰਾਹਟ ਲਿਆਉਂਦੇ ਪ੍ਰਿੰਸੀਪਲ ਨੂੰ ਓਕੇ ਮੈਮ ਕਹਿ ਕੇ ਬਾਹਰ ਚਲਾ ਗਿਆ। ਸੁਖਵਿੰਦਰ ਸਕੂਲ ਦੇ ਹਰ ਇੱਕ ਵਿਦਿਆਰਥੀ ਦਾ ਚਹੇਤਾ ਅਧਿਆਪਕ ਸੀ। ਉਸ ਦਾ ਪੜ੍ਹਾਇਆ ਬੱਚਾ ਕਦੇ ਵੀ ਗਣਿਤ ਵਿੱਚੋਂ ਫੇਲ ਨਹੀਂ ਸੀ ਹੁੰਦਾ। ਇੱਥੋਂ ਤੱਕ ਕਿ ਸਕੂਲ ਦਾ ਪੂਰਾ ਸਟਾਫ ਵੀ ਉਸ ਦੀਆਂ ਸਿਫਤਾਂ ਕਰਿਆ ਕਰਦਾ ਸੀ। ਪਰ ਫਿਰ ਵੀ ਨਾ ਜਾਣੇ ਕਿਉਂ ਪ੍ਰਿੰਸੀਪਲ ਨੂੰ ਉਹ ਦਿਲੋਂ ਖਟਕਦਾ ਰਹਿੰਦਾ ਸੀ, ਜਿਸ ਦਾ ਵੱਡਾ ਕਾਰਨ ਪ੍ਰਿੰਸੀਪਲ ਨੂੰ ਉਸ ਦੀ ਸਾਦੀ ਪਰਸਨੈਲਿਟੀ ਦਾ ਪਸੰਦ ਨਾ ਆਉਣਾ ਸੀ। ਗੁਣਾਂ ਦੇ ਖਜ਼ਾਨੇ ਸੁਖਵਿੰਦਰ ਦਾ ਰੰਗ ਸਾਵਲਾ ਤੇ ਕੱਦ ਕਾਫੀ ਮਧਰਾ ਸੀ। ਉੱਤੋਂ ਸੁਖਵਿੰਦਰ ਦੇ ਲਿਬਾਸ ਵੀ ਬਾਕੀ ਅਧਿਆਪਕਾਂ ਦੀ ਤਰ੍ਹਾਂ ਬ੍ਰਾਂਡਡ ਨਹੀਂ, ਸਗੋਂ ਦਰਜੀ ਕੋਲੋਂ ਸਵਾਏ ਹੋਏ ਹੁੰਦੇ ਸਨ। ਇਸ ਤੇ ਪ੍ਰਿੰਸੀਪਲ ਨੇ ਅਕਸਰ ਉਸ ਦੀ ਪਰਸਨੈਲਿਟੀ ਨੂੰ ਲੈ ਕੇ ਕੋਈ ਨਾ ਕੋਈ ਟਿੱਪਣੀ ਕਰਦੇ ਰਹਿਣਾ, ਜਿਸ ਦਾ ਸੁਖਵਿੰਦਰ ਨੂੰ ਤਾਂ ਬੇਸ਼ੱਕ ਨਾ ਸਹੀ ਪਰ ਬਾਕੀ ਦੇ ਅਧਿਆਪਕਾਂ ਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਸੀ। ਫਿਰ ਇੱਕ ਦਿਨ ਪ੍ਰਿੰਸੀਪਲ ਨੂੰ ਉਹ ਮੌਕਾ ਮਿਲ ਗਿਆ ਜਿਸ ਦੀ ਕਿ ਉਹ ਪਿਛਲੇ 3 ਸਾਲਾਂ ਤੋਂ ਉਡੀਕ ਕਰ ਰਹੀ ਸੀ। ਇੱਕੋ ਜਮਾਤ ਦੇ 4 ਵਿਦਿਆਰਥੀ ਗਣਿਤ ਦੇ ਪੇਪਰ ਵਿੱਚੋਂ ਫੇਲ ਹੋ ਗਏ। ਜਦੋਂ ਫੇਲ ਹੋਏ ਵਿਦਿਆਰਥੀਆਂ ਦਾ ਰਿਜ਼ਲਟ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਪਹੁੰਚਿਆ ਤਾਂ ਪ੍ਰਿੰਸੀਪਲ ਦਾ ਪਾਰਾ ਇੱਕਦਮ 7ਵੇਂ ਅਸਮਾਨ 'ਤੇ ਜਾ ਟੁਕਿਆ। ਅਸਲ ਵਿੱਚ ਇਹਨਾਂ 4 ਨੇ ਸੈਸ਼ਨ ਦੇ ਅੱਧ ਵਿੱਚ ਐਡਮਿਸ਼ਨ ਲਈ ਸੀ, ਜੋ ਕਿ ਪੜ੍ਹਾਈ ਵਿੱਚ ਮਹਾਂ ਨਲਾਇਕ ਤੇ ਸ਼ਰਾਰਤਾਂ ਵਿੱਚ ਅਵਲ ਹੋਣ ਕਾਰਨ ਪਿਛਲੇ ਸਕੂਲ ਵਿੱਚੋਂ ਕੱਢੇ ਗਏ ਸਨ। ਇਹਨਾਂ 4 ਵਿਦਿਆਰਥੀਆਂ ਦੀ ਸ਼ਿਕਾਇਤ ਸੁਖਵਿੰਦਰ ਸਮੇਤ ਬਾਕੀ ਦੇ ਅਧਿਆਪਕ ਵੀ ਕਾਫੀ ਵਾਰ ਪ੍ਰਿੰਸੀਪਲ ਕੋਲ ਲਗਾ ਚੁੱਕੇ ਸਨ। ਪਰ ਪ੍ਰਿੰਸੀਪਲ ਨੇ ਐਡਮਿਸ਼ਨ ਜ਼ਿਆਦਾ ਹੋਣ ਤੇ ਮੈਨੇਜਮੈਂਟ ਦੀਆਂ ਨਜ਼ਰਾਂ ਵਿੱਚ ਉੱਚਾ ਰੁਤਬਾ ਹਾਸਲ ਕਰਨ ਦੇ ਲਾਲਚ ਵਿੱਚ ਇਹਨਾਂ ਮਹਾਨਲਾਇਕ ਬੱਚਿਆਂ ਨੂੰ ਵੀ ਸਕੂਲ ਵਿੱਚ ਐਡਮਿਸ਼ਨ ਦੇ ਦਿੱਤੀ। ਅੱਜ ਜਦ ਬੱਚਿਆਂ ਦਾ ਰਿਜ਼ਲਟ ਬਣਨ ਦੇ ਬਾਅਦ ਮੀਟਿੰਗ ਹੋਈ ਤਾਂ ਪ੍ਰਿੰਸੀਪਲ ਨੇ ਅਚਾਨਕ ਹਰ ਇੱਕ ਨੂੰ ਹੈਰਾਨ ਕਰਦਿਆਂ ਹੋਇਆਂ ਸੁਖਵਿੰਦਰ ਦੇ ਹੱਥ ਵਿੱਚ ਇੱਕ ਸਰਟੀਫਿਕੇਟ ਫੜਾ ਦਿੱਤਾ, ਜਿਸ ਵਿੱਚ ਸੁਖਵਿੰਦਰ ਨੂੰ ਸਕੂਲ ਵਿੱਚੋਂ ਕੱਢੇ ਜਾਣ ਦਾ ਫਰਮਾਨ ਸੀ। ਪ੍ਰਿੰਸੀਪਲ ਦੇ ਦਫ਼ਤਰ ਵਿੱਚ ਖੜ੍ਹੇ ਹਰ ਇੱਕ ਅਧਿਆਪਕ ਦਾ ਅੰਦਰ ਗੁੱਸੇ ਨਾਲ ਭਰ ਚੁੱਕਾ ਸੀ। ਇੰਨਾ ਜ਼ੁਲਮ ਤਾਂ ਕੋਈ ਆਪਣੇ ਦੁਸ਼ਮਣ ਉੱਤੇ ਨਾ ਕਰੇ, ਜਿੰਨਾ ਅੱਜ ਪ੍ਰਿੰਸੀਪਲ ਨੇ ਸੁਖਵਿੰਦਰ ਸਰ ਉੱਤੇ ਕਰ ਦਿੱਤਾ ਸੀ। ਫਿਰ ਹੋਇਆ ਕੀ? ਸੁਖਵਿੰਦਰ ਨੇ ਹਮੇਸ਼ਾ ਦੀ ਤਰ੍ਹਾਂ ਓਕੇ ਮੈਮ ਬੋਲਿਆ ਤੇ ਉੱਥੋਂ ਚੱਲ ਪਿਆ। ਪਰ ਫਿਰ ਅਚਾਨਕ ਉਹ ਵਾਪਸ ਮੁੜਿਆ ਤੇ ਪ੍ਰਿੰਸੀਪਲ ਸਮੇਤ ਪੂਰੇ ਸਟਾਫ ਨੂੰ ਹੱਥ ਜੋੜ ਕੇ ਬੋਲਿਆ, ਅਗਰ ਕਦੇ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮੇਰੀ ਕਿਸੇ ਗੱਲ ਦਾ ਬੁਰਾ ਲੱਗਾ ਹੋਵੇ ਤਾਂ ਆਪਣਾ ਛੋਟਾ ਜਾਂ ਵੱਡਾ ਵੀਰ ਸਮਝ ਕੇ ਮਾਫ਼ ਕਰ ਦੇਣਾ। ਤੇ ਫਿਰ ਉਹ ਪ੍ਰਿੰਸੀਪਲ ਦੇ ਦਫ਼ਤਰ ਤੋਂ ਬਾਹਰ ਨਿਕਲ ਗਿਆ। ਸੁਖਵਿੰਦਰ ਦੇ ਕਹੇ ਇਹਨਾਂ ਅੰਤਿਮ ਬੋਲਾਂ ਨੇ ਹਰ ਇੱਕ ਦੇ ਦਿਲ ਨੂੰ ਰੋਣ ਲਾ ਦਿੱਤਾ, ਪਰ ਰੋਜੀ ਰੋਟੀ ਦੀ ਮਜਬੂਰੀ ਕਾਰਨ ਕਿਸੇ ਨੇ ਵੀ ਉਸ ਲਈ ਆਪਣੀ ਆਵਾਜ਼ ਨਹੀਂ ਬੁਲੰਦ ਕੀਤੀ। ਅਗਲੇ ਦਿਨ ਅਸੈਂਬਲੀ ਦੇ ਤੁਰੰਤ ਬਾਅਦ ਪ੍ਰਿੰਸੀਪਲ ਦੇ ਦਫ਼ਤਰ ਅੱਗੇ ਸਕੂਲ ਦੇ 2 ਸਭ ਤੋਂ ਹੋਣਹਾਰ ਬੱਚੇ ਆਪਣੇ ਮਾਂ-ਬਾਪ ਸਮੇਤ ਖੜ੍ਹੇ ਸਨ। ਰਿਸੈਪਸ਼ਨ 'ਤੇ ਬੈਠੀ ਮੈਡਮ ਨੇ ਜਦ ਪ੍ਰਿੰਸੀਪਲ ਦੇ ਆਫਿਸ ਅੱਗੇ ਹਜੂਮ ਲੱਗਾ ਵੇਖਿਆ ਤਾਂ ਉਹ ਇੱਕਦਮ ਘਬਰਾ ਕੇ ਉਹਨਾਂ ਤਰਫ ਆ ਗਈ ਤੇ ਅਸਲ ਮਾਜਰੇ ਨੂੰ ਜਾਣਨ ਦੀ ਕੋਸ਼ਿਸ਼ ਕਰਨ ਲੱਗੀ। ਪਰ ਨਾ ਤਾਂ ਦੋਨਾਂ ਬੱਚਿਆਂ ਨੇ ਤੇ ਨਾ ਹੀ ਉਹਨਾਂ ਦੇ ਮਾਂ-ਬਾਪ ਨੇ ਹੀ ਰਿਸੈਪਸ਼ਨ ਵਾਲੀ ਮੈਡਮ ਨੂੰ ਕੁਝ ਦੱਸਿਆ, ਬਲਕਿ ਉਹਨਾਂ ਦਾ ਸਿਰਫ ਇਹੀ ਕਹਿਣਾ ਸੀ ਕਿ ਉਹ ਪ੍ਰਿੰਸੀਪਲ ਨੂੰ ਮਿਲਣਾ ਚਾਹੁੰਦੇ ਹਨ। ਦੋਨੋਂ ਬੱਚਿਆਂ ਅਤੇ ਉਹਨਾਂ ਦੇ ਮਾਂ-ਬਾਪ ਵੱਲੋਂ ਕੁਝ ਵੀ ਨਾ ਪਤਾ ਚੱਲਣ 'ਤੇ ਉਹ ਮੈਡਮ ਖੁਦ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਚਲੀ ਗਈ ਤੇ ਉਸ ਨੂੰ ਬਾਹਰ ਖੜ੍ਹੇ 2 ਬੱਚਿਆਂ ਤੇ ਉਹਨਾਂ ਦੇ ਮਾਂ-ਬਾਪ ਬਾਰੇ ਦੱਸਿਆ। ਪ੍ਰਿੰਸੀਪਲ ਦੀ ਨਜ਼ਰ ਵਿੱਚ ਉਹ ਦੋਨੋਂ ਹੀ ਬੱਚੇ ਬਹੁਤ ਕਾਬਿਲ ਸਨ, ਕਿਉਂਕਿ ਉਹਨਾਂ ਵਿੱਚੋਂ ਇੱਕ ਰੋਹਨ ਜੋ ਪੜ੍ਹਾਈ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਤੋਂ ਅੱਗੇ ਸੀ, ਜਦਕਿ ਦੂਸਰਾ ਬੱਚਾ ਅਨਿਕੇਤ ਜੋ ਕਿ ਖੇਡਾਂ ਦੇ ਖੇਤਰ ਵਿੱਚ ਆਪਣੇ ਸਕੂਲ ਨੂੰ ਕਾਫੀ ਮੈਡਲ ਜਿੱਤਵਾ ਚੁੱਕਾ ਸੀ। ਸੋ ਰੋਹਨ ਅਤੇ ਅਨਿਕੇਤ ਦੇ ਆਪਣੇ ਮਾਂ-ਬਾਪ ਨਾਲ ਆਉਣ 'ਤੇ ਪ੍ਰਿੰਸੀਪਲ ਨੇ ਇਹ ਸਮਝਿਆ
ਕਿ ਯਕੀਨਨ ਉਹ ਆਪਣੇ ਬੱਚਿਆਂ ਦੇ ਚੰਗੇ ਨੰਬਰਾਂ ਨਾਲ ਪਾਸ ਹੋਣ ਦੀ ਖੁਸ਼ੀ ਵਿੱਚ ਉਸ ਲਈ ਮਠਿਆਈ ਲੈ ਕੇ ਆਏ ਹਨ। ਇਸ ਲਈ ਉਸਨੇ ਤੁਰੰਤ ਉਹਨਾਂ ਸਭਨਾਂ ਨੂੰ ਆਪਣੇ ਦਫ਼ਤਰ ਵਿੱਚ ਆਉਣ ਲਈ ਸੱਦਾ ਦਿੱਤਾ। ਰੋਹਨ ਤੇ ਅਨਿਕੇਤ ਜਦ ਆਪਣੇ ਮਾਂ-ਬਾਪ ਸਮੇਤ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਦਾਖਲ ਹੋਏ ਤਾਂ ਉਹਨਾਂ ਨੂੰ ਦੇਖ ਕੇ ਖੁਸ਼ੀ ਨਾਲ ਪ੍ਰਿੰਸੀਪਲ ਆਪਣੀ ਕੁਰਸੀ ਤੋਂ ਖੜੀ ਹੋ ਗਈ ਤੇ ਚਾਰਾਂ ਦਾ ਇਸਤਕਬਾਲ ਕਰਦੀ ਆਪਣੇ ਟੇਬਲ ਦੇ ਸਾਹਮਣੇ ਡਿੱਠੀਆਂ ਕੁਰਸੀਆਂ 'ਤੇ ਬੈਠਣ ਲਈ ਕਹਿੰਦੀ ਹੈ। ਪਰ ਉਹਨਾਂ ਚਾਰਾਂ ਵਿੱਚੋਂ ਕੋਈ ਵੀ ਕੁਰਸੀ 'ਤੇ ਨਹੀਂ ਬੈਠਾ। ਸਗੋਂ ਰੋਹਨ ਤੇ ਅਨਿਕੇਤ ਦਾ ਪਿਓ ਸ਼ਾਮ ਲਾਲ ਆਪਣੇ ਹੱਥ ਜੋੜਦਾ ਬੋਲਿਆ, ਨਹੀਂ ਮੈਡਮ, ਅਸੀਂ ਇੱਥੇ ਬੈਠਣ ਲਈ ਨਹੀਂ ਆਏ। ਇਹ ਰਹੀ ਸਾਡੇ ਦੋਨਾਂ ਬੱਚਿਆਂ ਦੇ ਸਕੂਲ ਛੱਡਣ ਦੀ ਅਰਜ਼ੀ। ਅਸੀਂ ਆਪਣੇ ਦੋਨਾਂ ਬੱਚਿਆਂ ਨੂੰ ਇੱਥੋਂ ਹਟਾਉਣਾ ਚਾਹੁੰਦੇ ਹਾਂ। ਸ਼ਾਮ ਲਾਲ ਦੀ ਇਸ ਗੱਲ ਨੂੰ ਸੁਣ ਕੇ ਪ੍ਰਿੰਸੀਪਲ ਦੇ ਮਨੋਂ ਹੋਸ਼ ਹੀ ਉੜ ਗਏ ਤੇ ਉਹ ਇੱਕਦਮ ਹੈਰਾਨੀ ਭਰੇ ਅੰਦਾਜ਼ ਨਾਲ ਪੁੱਛਣ ਲੱਗੀ, ਪਰ ਕਿਉਂ? ਤੁਸੀਂ ਆਪਣੇ ਬੱਚੇ ਕਿਉਂ ਹਟਾ ਰਹੇ ਹੋ ਇੱਥੋਂ? ਇਹ ਦੋਨੋਂ ਤਾਂ ਸਾਡੇ ਪੂਰੇ ਸਕੂਲ ਦੀ ਸ਼ਾਨ ਨੇ। ਉਲਟਾ ਮੈਂ ਤਾਂ ਚੇਅਰਮੈਨ ਸਰ ਨਾਲ ਇਹਨਾਂ ਦੋਨਾਂ ਨੂੰ ਸਕਾਲਰਸ਼ਿਪ ਦੇਣ ਦੀ ਵੀ ਗੱਲ ਕੀਤੀ ਹੈ। ਨੋ ਮੈਮ, ਵੀ ਡੋਂਟ ਵਾਂਟ ਐਨੀ ਸਕਾਲਰਸ਼ਿਪ, ਇੱਕਦਮ ਰੋਹਨ ਨੇ ਜਵਾਬ ਦਿੱਤਾ। ਬਟ ਵਾਈ ਰੋਹਨ, ਅਚਾਨਕ ਐਸਾ ਕੀ ਹੋ ਗਿਆ ਜੋ ਤੁਸੀਂ ਦੋਨੋਂ ਇੰਨੇ ਵਧੀਆ ਸਕੂਲ ਨੂੰ ਲੀਵ ਕਰਨਾ ਚਾਹੁੰਦੇ ਹੋ? ਇਸ ਵਾਰ ਰੋਹਨ ਦੇ ਨਾਲ ਖੜਾ ਅਨਿਕੇਤ ਜਵਾਬ ਦਿੰਦਾ ਹੈ, ਬਸ ਮੈਡਮ, ਵਜ੍ਹਾ ਤੁਸੀਂ ਨਾ ਹੀ ਪੁੱਛੋ ਤਾਂ ਬਿਹਤਰ ਹੈ। ਅਸੀਂ ਹੁਣ ਹੋਰ ਨਹੀਂ ਪੜ੍ਹ ਸਕਦੇ ਇਸ ਸਕੂਲ ਵਿੱਚ। ਪ੍ਰਿੰਸੀਪਲ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਅਚਾਨਕ ਉਸਦੇ ਮਨਪਸੰਦ ਵਿਦਿਆਰਥੀ ਉਸਦਾ ਸਕੂਲ ਛੱਡਣ ਦੀਆਂ ਗੱਲਾਂ ਕਿਉਂ ਕਰ ਰਹੇ ਨੇ। ਮਗਰ ਜਦ ਉਸਨੇ ਆਪਣੇ ਦਿਮਾਗ 'ਤੇ ਜ਼ਰਾ ਜ਼ੋਰ ਦਿੱਤਾ ਤਾਂ ਉਸਨੂੰ ਇੱਕੋ ਇੱਕ ਸੰਭਾਵਨਾ ਨਜ਼ਰ ਆਈ ਕਿ ਰੋਹਨ ਤੇ ਅਨਿਕੇਤ ਜ਼ਰੂਰ ਸੁਖਵਿੰਦਰ ਸਰ ਨੂੰ ਸਕੂਲ ਤੋਂ ਕੱਢੇ ਜਾਣ 'ਤੇ ਨਾਰਾਜ਼ ਹਨ। ਸੋ ਪ੍ਰਿੰਸੀਪਲ ਆਪਣੇ ਵੱਲੋਂ ਦੋਨਾਂ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਬੋਲੀ, ਓ ਆਈ ਸੀ, ਹੁਣ ਮੈਨੂੰ ਕੁਝ ਸਮਝ ਆ ਰਹੀ ਆ ਤੁਹਾਡੇ ਦੋਨਾਂ ਦੀ ਨਾਰਾਜ਼ਗੀ ਦੀ ਵਜ੍ਹਾ। ਤੁਸੀਂ ਪੱਕਾ ਸੁਖਵਿੰਦਰ ਸਰ ਦੇ ਸਕੂਲੋਂ ਹਟਣ ਕਾਰਨ ਨਾਰਾਜ਼ ਹੋ, ਹੈ ਨਾ ਰੋਹਨ ਐਂਡ ਅਨਿਕੇਤ? ਇਟਸ ਟਰੂ ਨਾ? ਪ੍ਰਿੰਸੀਪਲ ਦੀ ਗੱਲ ਸੁਣ ਕੇ ਰੋਹਨ ਤੇ ਅਨਿਕੇਤ ਨੇ ਗੁੱਸੇ ਨਾਲ ਆਪਣੇ ਸਿਰਾਂ ਨੂੰ ਹੇਠਾਂ ਸੁੱਟ ਲਿਆ, ਜਦ ਕਿ ਆਪਣੇ ਦੋਨੋਂ ਬੱਚਿਆਂ ਦੀ ਤਰਫੋਂ ਸ਼ਾਮ ਲਾਲ ਜਵਾਬ ਦਿੰਦਾ ਹੈ, ਦੇਖੋ ਮੈਡਮ, ਮੈਂ ਇੱਕ ਰਿਕਸ਼ਾ ਚਲਾਉਣ ਵਾਲਾ ਗਰੀਬ ਜਿਹਾ ਬੰਦਾ ਹਾਂ। ਇਸ ਲਈ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਕਿ ਮੈਂ ਆਪਣੇ ਦੋ ਬੱਚਿਆਂ ਨੂੰ ਇੰਨੇ ਮਹਿੰਗੇ ਸਕੂਲ ਵਿੱਚ ਪੜ੍ਹਾ ਸਕਾਂ। ਵਾਟ, ਤੁਸੀਂ ਰਿਕਸ਼ਾ ਡਰਾਈਵਰ ਹੋ? ਬਟ ਤੁਸੀਂ ਸਾਡੇ ਰਿਕਾਰਡ ਵਿੱਚ ਤਾਂ ਇਹ ਲਿਖਿਆ ਹੈ ਕਿ ਤੁਸੀਂ ਇੱਕ ਫਾਰਮਰ ਹੋ। ਹਾਊ ਇਜ਼ ਇਟ ਪੋਸੀਬਲ? ਇਹ ਕਿਵੇਂ ਹੋ ਸਕਦਾ? ਪ੍ਰਿੰਸੀਪਲ ਹੈਰਾਨ ਹੁੰਦਿਆਂ ਪੁੱਛਦੀ ਹੈ। ਪ੍ਰਿੰਸੀਪਲ ਦੀ ਗੱਲ ਸੁਣ ਕੇ ਸ਼ਾਮ ਲਾਲ ਮੁਸਕਰਾਉਣ ਲੱਗਦਾ ਹੈ ਤੇ ਫਿਰ ਜਦੋਂ ਪ੍ਰਿੰਸੀਪਲ ਦੇ ਸਵਾਲਾਂ ਦਾ ਜਵਾਬ ਦੇਣ ਲੱਗਾ ਤਾਂ ਅਚਾਨਕ ਪ੍ਰਿੰਸੀਪਲ ਦੇ ਦਫ਼ਤਰ ਦਾ ਦਰਵਾਜ਼ਾ ਖੁੱਲ੍ਹਿਆ ਤੇ ਕਿਸੇ ਮਰਦ ਅਧਿਆਪਕ ਵੱਲੋਂ ਮੇ ਆਈ ਕਮ ਇਨ ਮੈਮ ਕਹਿਣ ਦੀ ਆਵਾਜ਼ ਆਉਂਦੀ ਹੈ। ਸਕੂਲ ਦਾ ਕਲਰਕ ਦਰਵਾਜ਼ੇ ਵਿੱਚ ਖੜਾ ਪ੍ਰਿੰਸੀਪਲ ਦੀ ਆਗਿਆ ਦੀ ਉਡੀਕ ਕਰ ਰਿਹਾ ਸੀ, ਜਿਸ ਨੂੰ ਕਿ ਤੁਰੰਤ ਹੀ ਪ੍ਰਿੰਸੀਪਲ ਨੇ ਅੰਦਰ ਆਉਣ ਲਈ ਕਿਹਾ। ਇਸ ਤੋਂ ਪਹਿਲਾਂ ਕਿ ਉਹ ਅੰਦਰ ਆ ਕੇ ਕੁਝ ਕਹਿ ਪਾਉਂਦਾ, ਪ੍ਰਿੰਸੀਪਲ ਨੇ ਉਸਨੂੰ ਤੁਰੇ ਆਉਂਦੇ ਨੂੰ ਹੀ 3-4 ਸਵਾਲ ਪੁੱਛ ਲਏ, ਜੋ ਕਿ ਸਾਰੇ ਦੇ ਸਾਰੇ ਸ਼ਾਮ ਲਾਲ ਤੇ ਉਸਦੇ ਦੋਨੋਂ ਬੱਚਿਆਂ ਦੀਆਂ ਫਾਈਲਾਂ ਨੂੰ ਲੈ ਕੇ ਸਨ। ਜਵਾਬ ਵਿੱਚ ਕਲਰਕ ਨੇ ਪ੍ਰਿੰਸੀਪਲ ਦੇ ਹੱਥ ਵਿੱਚ ਇੱਕ ਚੈੱਕ ਅਤੇ ਇੱਕ ਚਿੱਠੀ ਪਕੜਾ ਦਿੱਤੀ। ਪ੍ਰਿੰਸੀਪਲ ਨੇ ਪਹਿਲਾਂ ਤਾਂ ਉਸ ਚੈੱਕ 'ਤੇ ਲਿਖੀ ਡਿਟੇਲ ਨੂੰ ਪੜ੍ਹਿਆ ਤੇ ਫਿਰ ਉਹ ਉਸ ਲੈਟਰ ਨੂੰ ਪੜ੍ਹਨ ਲੱਗੀ। ਸਤਿਕਾਰਯੋਗ ਪ੍ਰਿੰਸੀਪਲ ਮੈਡਮ, ਮੈਂ ਸੁਖਵਿੰਦਰ ਸਿੰਘ ਸਪੁੱਤਰ ਸਰਦਾਰ ਦਰਸ਼ਨ ਸਿੰਘ ਇਹ ਚਿੱਠੀ ਸਿਰਫ ਤੁਹਾਡੀਆਂ ਅੱਖਾਂ ਖੋਲ੍ਹਣ ਲਈ ਲਿਖ ਰਿਹਾ ਹਾਂ, ਜੋ ਕਿ ਚੰਗੇ ਰੁਤਬੇ ਦੇ ਹੰਕਾਰ ਵਿੱਚ ਬੰਦ ਹੋ ਚੁੱਕੀਆਂ ਹਨ। ਤੁਸੀਂ ਜੋ ਮੇਰੇ ਨਾਲ ਕੀਤਾ ਹੈ ਉਸ ਦਾ ਹਿਸਾਬ ਮੈਂ ਜਾਂ ਕੋਈ ਹੋਰ ਨਹੀਂ, ਬਲਕਿ ਮੇਰਾ ਪਰਮਾਤਮਾ ਤੁਹਾਡੇ ਕੋਲੋਂ ਆਪ ਲਵੇਗਾ। ਪਰ ਮੈਂ ਤੁਹਾਡੀ ਤਰ੍ਹਾਂ ਇੰਨਾ ਖੁਦਗਰਜ਼ ਨਹੀਂ ਹਾਂ ਕਿ ਆਪਣੇ ਜਾਤੀ ਮਸਲਿਆਂ ਕਾਰਨ ਕਿਸੇ ਹੋਰ ਦਾ ਭਵਿੱਖ ਖਰਾਬ ਹੋਣ ਦੇਵਾਂ। ਮੇਰੇ ਕਹਿਣ ਤੋਂ ਮੁਰਾਦ ਸਕੂਲ ਦੇ 2 ਸਭ ਤੋਂ ਕਾਬਿਲ ਬੱਚਿਆਂ ਰੋਹਨ ਤੇ ਅਨਿਕੇਤ ਤੋਂ ਹੈ, ਜਿਨ੍ਹਾਂ ਦੀ 2 ਸਾਲ ਪਹਿਲਾਂ ਮੇਰੇ ਵੱਲੋਂ ਇਸ ਸਕੂਲ ਵਿੱਚ ਐਡਮਿਸ਼ਨ ਕਰਵਾਈ ਗਈ ਸੀ। ਮੈਨੂੰ ਇਸ ਗੱਲ ਦਾ ਰੱਤੀ ਭਰ ਵੀ ਘਮੰਡ ਨਹੀਂ ਹੈ ਕਿ ਪਿਛਲੇ 2 ਸਾਲਾਂ ਤੋਂ ਇਹਨਾਂ ਦੋਨੋਂ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਸਾਰਾ ਖਰਚ ਮੈਂ ਆਪਣੇ ਤੌਰ 'ਤੇ ਕਰ ਰਿਹਾ ਹਾਂ ਤੇ ਹੁਣ ਜਦ ਮੈਂ ਤੁਹਾਡੀ ਨਾਪਸੰਦਗੀ ਕਾਰਨ ਆਪਣੀ ਨੌਕਰੀ ਤੋਂ ਫਾਰਿਗ ਹੋ ਚੁੱਕਾ ਹਾਂ ਤਾਂ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ
ਕਿ ਮੈਂ ਜੋ ਇਸ ਨੇਕੀ ਦੇ ਕਾਰਜ ਨੂੰ ਆਰੰਭਿਆ ਹੈ ਇਸ ਨੂੰ ਬਿਨਾਂ ਕਿਸੇ ਅੜਚਨ ਦੇ ਪੂਰਾ ਕਰ ਸਕਾਂ। ਸੋ ਇਸ ਚਿੱਠੀ ਦੇ ਨਾਲ ਜੋ ਚੈੱਕ ਹੈ ਉਸ ਵਿੱਚ ਰੋਹਨ ਤੇ ਅਨਿਕੇਤ ਦੀ ਬਚੇ ਹੋਏ ਸੈਸ਼ਨ ਦੀ ਪੂਰੀ ਫੀਸ ਅਮਾਊਂਟ ਦਾ ਕੁੱਲ ਜੋੜ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੀ ਗੈਰ ਮੌਜੂਦਗੀ ਵਿੱਚ ਰੋਹਨ ਤੇ ਅਨਿਕੇਤ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਆਵੇ ਤੇ ਉਹਨਾਂ ਦੋਨਾਂ ਨੂੰ ਵੀ ਤੁਹਾਡੇ ਬੇਮਤਲਬ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇ। ਕੁਝ ਵੱਧ-ਘੱਟ ਲਿਖਿਆ ਹੋਵੇ ਤਾਂ ਇੱਕ ਨਲਾਇਕ ਇਨਸਾਨ ਸਮਝ ਕੇ ਮਾਫ਼ ਕਰ ਦੇਣਾ। ਧੰਨਵਾਦ। ਸੁਖਵਿੰਦਰ ਸਿੰਘ। ਇਸ ਲੈਟਰ ਨੂੰ ਪੜ੍ਹ ਕੇ ਪ੍ਰਿੰਸੀਪਲ ਦੇ ਸਾਰੇ ਫਿਊਜ਼ ਉੜ ਗਏ ਤੇ ਬਚੀ ਕੁਚੀ ਕਸਰ ਨੂੰ ਪੂਰਾ ਕਰਨ ਲਈ ਸ਼ਾਮ ਨਾਲ ਨੇ ਕੁਝ ਆਪਣੇ ਸ਼ਬਦ ਜੋੜਦਿਆਂ ਕਿਹਾ, ਮੈਡਮ, ਸਿਰਫ ਉੱਚੇ ਰੁਤਬੇ ਦੀ ਕੁਰਸੀ 'ਤੇ ਬੈਠਣ ਨਾਲ ਨਹੀਂ ਕਦੇ ਇੱਜ਼ਤ ਮਿਲਿਆ ਕਰਦੀ। ਅਸਲੀ ਇੱਜ਼ਤ ਕਮਾਉਣ ਲਈ ਇਨਸਾਨ ਨੂੰ ਸੁਖਵਿੰਦਰ ਸਰ ਵਰਗਾ ਜਿੰਦਾ ਦਿਲ ਹੋਣਾ ਚਾਹੀਦਾ ਹੈ। ਉਮੀਦ ਹੈ ਕਿ ਮੇਰੀ ਕਹੀ ਗੱਲ ਤੁਹਾਨੂੰ ਸਮਝ ਆ ਗਈ ਹੋਵੇਗੀ। ਇੰਨਾ ਕਹਿ ਕੇ ਸ਼ਾਮ ਲਾਲ ਆਪਣੇ ਦੋਨੋਂ ਬੱਚਿਆਂ ਤੇ ਘਰਵਾਲੀ ਸਮੇਤ ਪ੍ਰਿੰਸੀਪਲ ਦੇ ਦਫ਼ਤਰ ਤੋਂ ਬਾਹਰ ਨਿਕਲ ਜਾਂਦਾ ਹੈ। ਧੰਨਵਾਦ ਜੀ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।